ਵੈਲਕਮ ਮਾਈ ਡੀਅਰ ਸਟੂਡੈਂਟਸ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ 'ਤੇ। ਇਸ ਵੀਡੀਓ ਦੇ ਵਿੱਚ ਬੇਟਾ ਆਪਾਂ ਤੁਹਾਡੀ ਵੀਕਲੀ ਸ਼ੀਟ ਨੰਬਰ 21 ਸੋਲਵ ਕਰਾਂਗੇ, ਜਿਹੜੀ ਕਿ ਹੈ ਤੁਹਾਡੇ ਚੈਪਟਰ ਨੰਬਰ 2 ਤੇ ਆਧਾਰਿਤ। ਇਹਦੇ ਵਿੱਚ ਨੇ ਬੇਟਾ ਜੀ 2 ਅੰਕ ਵਾਲੇ ਪ੍ਰਸ਼ਨ ਤੇ 4 ਅੰਕਾਂ ਵਾਲੇ ਪ੍ਰਸ਼ਨ। ਠੀਕ ਹੈ ਜੀ, ਤਾਂ ਬਹੁਤ ਧਿਆਨ ਨਾਲ ਦੇਖਣਾ ਬੇਟਾ, ਤੁਹਾਡੇ ਪ੍ਰੀ ਬੋਰਡ ਵੀ ਸਟਾਰਟ ਹੋਣ ਵਾਲੇ ਹੈ, ਤਾਂ ਆਪਣੀ ਤਿਆਰੀ ਨੂੰ ਹੋਰ ਜ਼ਿਆਦਾ ਤੇਜ਼ ਕਰ ਦਿਓ। ਠੀਕ ਹੈ ਜੀ, ਤਾਂ ਫਸਟ ਕੁਐਸਚਨ ਦੇਖੋ ਬੇਟਾ। ਫਸਟ ਕੁਐਸਚਨ ਹੈ 3/7 ਪ੍ਰਾਪਤ ਕਰਨ ਲਈ ਪਰਿਮੇय ਸੰਖਿਆ -7/3 ਦੇ ਦੁੱਗਣੇ ਵਿੱਚ ਕੀ ਜੋੜਨਾ ਚਾਹੀਦਾ ਹੈ। ਤਾਂ ਸ਼ਬਦਾਂ 'ਤੇ ਧਿਆਨ ਦਿਓ ਬੇਟਾ, ਇਸ ਦਾ ਦੁੱਗਣਾ ਕਰਨਾ, ਉਹਦੇ ਵਿੱਚ ਕੁਛ ਜੋੜਨਾ ਤੇ ਤੁਹਾਨੂੰ ਪ੍ਰਾਪਤ ਹੁੰਦਾ 3/7। ਵਟ ਸ਼ੁੱਡ ਬੀ ਐਡਿਡ ਟੂ ਟਵਾਈਸ ਦਾ ਰੈਸ਼ਨਲ ਨੰਬਰ, ਮਤਲਬ ਇਸ ਦੇ ਟਵਾਈਸ ਵਿੱਚ ਕੀ ਜੋੜਨਾ ਹੈ ਟੂ ਗੈਟ ਦਿਸ। ਤਾਂ ਬੇਟਾ ਜਦੋਂ ਆਪਾਂ ਸ਼ਬਦਾਂ 'ਤੇ ਧਿਆਨ ਦੇਵਾਂਗੇ ਤਾਂ ਸਟੇਟਮੈਂਟ ਨੂੰ ਲਿਖਣਾ ਹੋਰ ਜ਼ਿਆਦਾ ਸੌਖਾ ਹੋ ਜਾਊਗਾ। ਦੇਖੋ, ਸਭ ਤੋਂ ਪਹਿਲਾਂ ਆਪਾਂ ਉਹ ਸੰਖਿਆ ਮੰਨਣੀ ਹੈ ਜੋ ਐਡ ਕਰਨੀ ਹੈ। ਤਾਂ ਮੰਨੋ ਸੰਖਿਆ ਕਿੰਨੀ ਹੈ x, ਲੈਟ ਦਾ ਨੰਬਰ ਇਜ਼ x। ਤਾਂ ਅਕੋਰਡਿੰਗ ਟੂ ਕੁਐਸਚਨ, ਪ੍ਰਸ਼ਨ ਕੀ ਕਹਿੰਦਾ ਤੁਹਾਨੂੰ ਕਿ ਤੁਸੀਂ -7/3 ਦੇ ਦੁੱਗਣੇ ਵਿੱਚ, ਮਤਲਬ 2 ਨਾਲ ਗੁਣਾ ਕਰਕੇ ਉਹਦੇ ਵਿੱਚ ਕੀ ਜੋੜੋ, ਮਤਲਬ ਉਹ x ਜੋੜੋ ਤੇ ਤੁਹਾਨੂੰ ਮਿਲਦਾ ਕੀ ਹੈ 3/7। ਸਟੇਟਮੈਂਟ ਸਮਝ ਆ ਗਈ ਬੇਟਾ। ਹੁਣ ਤੁਹਾਡੀ ਇਕੁਏਸ਼ਨ ਬਣ ਗਈ, ਇਹਨੂੰ ਆਪਾਂ ਸੋਲਵ ਕਰਨਾ। ਦੇਖੋ ਇੱਥੇ ਆਪਾਂ ਗੁਣਾ ਕਿਵੇਂ ਕਰਦੇ ਹੁੰਦੇ ਆ, ਨਿਊਮੀਰੇਟਰ ਨੂੰ ਨਿਊਮੀਰੇਟਰ ਨਾਲ ਗੁਣਾ, ਡਿਨੋਮੀਨੇਟਰ ਨੂੰ ਡਿਨੋਮੀਨੇਟਰ ਨਾਲ। ਹਰ ਕੋਈ ਹੈ ਨਹੀਂ, ਇਸ ਕਰਕੇ ਆਪਾਂ ਇੱਥੇ ਕੀ ਲਿਖਦੇ ਹੁੰਦੇ ਆ 1। ਤਾਂ ਗੁਣਾ ਕਰੋ, ਕਿੰਨਾ ਆ ਗਿਆ 7 ਦੂਣੀ 14/3। ਇੱਥੇ 1 ਲਿਖ ਸਕਦੇ ਹੋ ਜੇ ਗੁਣਾ ਕਰਨ 'ਚ ਕੋਈ ਸਮੱਸਿਆ ਆਉਂਦੀ ਹੈ। ਠੀਕ ਹੈ, ਇੱਥੇ ਤੱਕ ਆਪਾਂ ਪਹੁੰਚ ਗਏ। ਹੁਣ x ਕਿਹਦੇ ਬਰਾਬਰ ਹੋਊਗਾ, ਦੇਖੋ 3/7 ਰਾਈਟ ਸਾਈਡ 'ਤੇ ਹੈਗਾ, ਜਿਹੜਾ ਮਾਈਨਸ ਦਾ 14/3 ਹੈ ਉਹਨੇ ਰਾਈਟ ਸਾਈਡ 'ਤੇ ਜਾ ਕੇ ਪਲੱਸ ਹੋ ਜਾਣਾ। ਇੱਥੇ ਤੁਸੀਂ ਬੇਟਾ ਬਟਰਫਲਾਈ ਮੈਥਡ ਲਗਾ ਲਓ। 3 ਤੀਏ 9 ਪਲੱਸ 14 7 98 ਬਟੇ 7 ਤੀਆ 21। ਇਹਨਾਂ ਨੂੰ ਜੋੜ ਲਓ, 9 ਤੇ 8 17 ਹਾਸਲ 1, 9 ਤੇ 1 10, ਇਹ ਆ ਜਾਊਗਾ ਬੇਟਾ 107/21। ਤਾਂ ਐਂਡ ਵੀ ਕਰਨਾ ਸਵਾਲ ਦਾ, ਕਿਉਂਕਿ ਆਪਣੇ ਲਿਖਤੀ ਪੇਪਰ ਨੇ, ਤਾਂ ਇਸ ਲਈ ਉਹ ਜਿਹੜੀ ਸੰਖਿਆ ਹੈ ਜਾਂ ਉਹ ਨੰਬਰ ਹੈ ਉਹ ਕਿੰਨਾ ਆ ਗਿਆ 107/21। ਤਾਂ ਬੇਟਾ ਰਿਟਨ ਪੇਪਰ ਨੇ, ਕੋਈ ਆਪਸ਼ਨਲ ਪੇਪਰ ਨਹੀਂ ਹੈਗੇ। ਆਪਾਂ ਸਮ ਨੂੰ ਲਿਖਣ ਦੇ ਲਈ ਵੀ ਬਹੁਤ ਜ਼ਿਆਦਾ ਧਿਆਨ ਲਗਾਉਣਾ ਹੈ ਤਾਂ ਕਿ ਆਪਣੇ ਫੁੱਲ ਮਾਰਕਸ ਆਉਣ। ਠੀਕ ਹੈ ਬੇਟਾ, ਫਸਟ ਕੁਐਸਚਨ ਸਮਝ ਆ ਗਿਆ। ਨੈਕਸਟ ਮੂਵ ਟੂ ਸੈਕਿੰਡ ਕੁਐਸਚਨ। ਸੈਕਿੰਡ ਕੁਐਸਚਨ ਹੈ ਬੱਚੇ, 2 ਸੰਪੂਰਨ ਸੰਖਿਆਵਾਂ ਵਿੱਚ ਅੰਤਰ 66 ਹੈ। ਮਤਲਬ ਆਪਣੇ ਕੋਲ 2 ਨੰਬਰ ਨੇ, ਉਹਨਾਂ ਦਾ ਜਦੋਂ ਮਾਈਨਸ ਕਰਦੇ ਆ ਤਾਂ 66 ਆਂਸਰ ਆਉਂਦਾ। ਦੋਨੇ ਸੰਖਿਆ ਦਾ ਅਨੁਪਾਤ ਕਿੰਨਾ ਹੈ 2:5, ਮਤਲਬ ਰੇਸ਼ੋ ਵੀ ਗਿਵਨ ਹੈ। ਦੋਨੋਂ ਸੰਖਿਆਵਾਂ ਪਤਾ ਕਰੋ। The difference between two whole numbers is 66. The ratio of two numbers is 2 to 5. What are the two numbers? ਤਾਂ ਕਿੰਨੇ ਨੰਬਰ ਹੋ, ਉਹ ਕਿਹੜੇ ਨੰਬਰ ਹੋਣਗੇ। ਤਾਂ ਬੇਟਾ ਧਿਆਨ ਦੇਣਾ ਹੈ ਕਿ ਜਦੋਂ ਆਪਾਂ ਨੂੰ ਰੇਸ਼ੋ ਗਿਵਨ ਹੈ ਤਾਂ ਉਸੇ ਰੇਸ਼ੋ ਦੇ ਵਿੱਚ ਆਪਾਂ ਉਹਨਾਂ ਨੰਬਰਸ ਨੂੰ ਲੈਟ ਕਰਦੇ ਹੁੰਦੇ ਹਾਂ। ਤਾਂ ਲੈਟ ਦਾ ਨੰਬਰਸ ਕਿਹੜੇ ਕਿਹੜੇ ਹੋਣਗੇ ਬੇਟਾ, ਇੱਕ ਤਾਂ ਹੈਗਾ ਦੇਖੋ ਪਹਿਲੀ ਰੇਸ਼ੋ 2 ਹੈ ਤਾਂ 2x ਮੰਨਾਂਗੇ, ਅਗਲੀ ਰੇਸ਼ੋ 5 ਹੈ ਤਾਂ ਉਹਨੂੰ ਆਪਾਂ 5x ਮੰਨਾਂਗੇ। ਠੀਕ ਹੈ ਜੀ, ਪੰਜਾਬੀ 'ਚ ਕੀ ਲਿਖੋਗੇ, ਮੰਨੋ ਸੰਖਿਆਵਾਂ। ਠੀਕ ਹੈ, ਸੰਪੂਰਨ ਸੰਖਿਆਵਾਂ। ਤਾਂ ਹੁਣ ਇੱਥੇ ਕਰਾਂਗੇ ਆਪਾਂ ਅਕੋਰਡਿੰਗ ਟੂ ਕੁਐਸਚਨ, ਜੋ ਆਪਾਂ ਨੂੰ ਕਰਨ ਲਈ ਕਿਹਾ ਗਿਆ। ਉਹਨੇ ਕਿਹਾ ਦੋਨਾਂ ਸੰਖਿਆਵਾਂ ਵਿੱਚ ਅੰਤਰ ਕਿੰਨਾ ਹੈ 66। ਹੁਣ ਆਪਾਂ ਇਹਨਾਂ ਦਾ ਅੰਤਰ ਲਿਖਣਾ ਹੈ, ਵੱਡੀ ਸੰਖਿਆ ਮੂਹਰੇ ਲਿਖਣੀ ਹੈ, ਜਿਹੜੀ ਛੋਟੀ ਸੰਖਿਆ ਉਹ ਪਿੱਛੇ ਲਿਖਣੀ ਹੈ। ਬਰਾਬਰ ਕਿੰਨਾ ਆਉਂਦਾ ਹੈ 66। ਹੁਣ ਪੜ੍ਹ ਕੇ ਦੇਖੋ, ਤੁਸੀਂ ਇਹ ਸੰਖਿਆਵਾਂ ਮੰਨੀਆਂ ਸੀ ਨਾ, ਤੇ ਉਹਨਾਂ ਦਾ ਅੰਤਰ ਕਿੰਨਾ ਹੈ 66। ਸੇਮ ਹੀ ਲਿਖਿਆ ਆਪਾਂ ਨੇ, ਇਕੁਏਸ਼ਨ ਸੋਲਵ ਕਰ ਦਿਓ। ਦੇਖੋ 5x ਚੋਂ 2x ਜਾਣਗੇ, ਕਿੰਨੇ ਬਚਣਗੇ 3x, ਬਰਾਬਰ ਕਿੰਨਾ ਆਊਗਾ 66। ਤਾਂ x ਕਿੰਨਾ ਆ ਗਿਆ 66/3, ਕਿਉਂਕਿ 3 ਨਾਲ ਮਲਟੀਪਲਾਈ ਹੋ ਰਿਹਾ, x ਦੂਜੀ ਸਾਈਡ 'ਤੇ ਜਾ ਕੇ ਉਹ ਡਿਵਾਈਡ ਹੋਊਗਾ। 3 ਦੇ ਨਾਲ ਦੇਖੋ 66 ਕੱਟ ਗਿਆ ਤਾਂ x ਕਿੰਨਾ ਆ ਗਿਆ ਆਪਣੇ ਕੋਲੇ 22। ਹੁਣ x 'ਤੇ ਆ ਕੇ ਨਹੀਂ ਛੱਡਣਾ ਵੀ ਹਾਂਜੀ x ਹੁੰਦਾ ਸਮੀਕਰਨ 'ਚ ਅਸੀਂ ਹੱਲ ਕਰਤਾ। ਨੋ ਬੇਟਾ, ਜੋ ਆਪਾਂ ਮੰਨਿਆ ਹੁੰਦਾ ਉੱਥੇ ਤੱਕ ਆਨਸਰ ਨੂੰ ਲੈ ਕੇ ਜਾਣਾ। ਤਾਂ ਇੱਥੇ ਆਪਾਂ ਲਿਖਾਂਗੇ ਸੋ ਦਾ ਨੰਬਰਸ ਆਰ। ਇਸ ਲਈ ਸੰਖਿਆਵਾਂ ਜਿਹੜੀਆਂ ਉਹਨੇ ਕਹੀਆਂ ਸੀ ਉਹ ਕੀ ਨੇ, ਪਹਿਲੀ ਦੇਖੋ ਤੁਸੀਂ ਮੰਨੀ ਸੀ 2x, 2x ਦਾ ਮਤਲਬ 2 ਗੁਣਾ 22। ਦੂਜੀ ਤੁਸੀਂ ਮੰਨੀ ਸੀ 5x, ਉਹਦਾ ਮਤਲਬ 5 ਗੁਣਾ 22, ਮਤਲਬ x ਦੀ ਥਾਂ 'ਤੇ ਤੁਸੀਂ ਕੀ ਭਰਤਾ 22, ਜਿਹੜਾ x ਦਾ ਮੁੱਲ ਆਇਆ ਸੀ। ਠੀਕ ਹੈ ਜੀ,
ਹੁਣ ਇਹਨੂੰ ਗੁਣਾ ਕਰ ਲਓ। ਪਹਿਲਾ ਤਾਂ ਆ ਰਿਹਾ 22 ਦੂਣਾ 44, ਦੂਜਾ ਕੀ ਆ ਰਿਹਾ 5 ਦੂਣੀ 10, 10 ਤੇ 11 110। ਤਾਂ ਇਹ ਆ ਗਈਆਂ ਬੇਟਾ ਤੁਹਾਡੀਆਂ ਦੋ ਸੰਖਿਆਵਾਂ ਜਿਨ੍ਹਾਂ ਦਾ ਅੰਤਰ ਹੈਗਾ 66। ਕਲੀਅਰ ਹੋ ਗਿਆ ਜੀ? ਠੀਕ ਹੈ ਬੇਟਾ, ਅਗਲੇ ਕੁਐਸਚਨ ਤੇ ਚੱਲੀਏ। ਹਾਂਜੀ, ਨੈਕਸਟ ਕੁਐਸਚਨ ਹੈ ਸੋਲਵ ਕਰੋ। ਆਪਾਂ ਨੂੰ ਇੱਕ ਇਕੁਏਸ਼ਨ ਦਿੱਤੀ ਹੋਈ ਹੈ, ਉਹਨੂੰ ਸੋਲਵ ਕਰਨਾ। ਦੇਖੋ ਇਕੁਏਸ਼ਨ ਕੀ ਹੈ, x/3 plus 5/2 is equal to -3/2। ਠੀਕ ਹੈ ਜੀ, ਰਕਮ ਲਿਖ ਲਈ। ਹੁਣ ਇਹਨੂੰ ਸੋਚੋ, ਵੇਰੀਏਬਲ ਕਿਹੜਾ ਦਿੱਤਾ ਹੋਇਆ x, ਤਾਂ x ਵਾਲੀ ਟਰਮ ਨੂੰ ਆਪਾਂ ਲੈਫਟ ਸਾਈਡ ਤੇ ਰੱਖਣਾ। ਜਿਹੜੀਆਂ ਬਾਕੀ ਦੀਆਂ ਦੋਨੋਂ ਟਰਮਸ ਉੱਧਰ ਲੈ ਜਾਣੀ, ਇੱਕ ਤਾਂ ਉੱਧਰ ਹੈਗੀ ਹੋਈ ਆਲਰੇਡੀ, ਜਿਹੜੀ ਪਲੱਸ ਦਾ 5/2 ਸੀ ਇਹ ਇੱਧਰ ਜਾਊਗੀ ਬੇਟਾ, ਕਾਹਦੀ ਹੋ ਜੂਗੀ ਮਾਈਨਸ ਦੀ। ਠੀਕ ਹੈ ਜੀ। ਹਾਂਜੀ, ਹੁਣ ਇੱਥੇ ਜਿਹੜਾ ਹਰ ਹੈ ਉਹ 2 ਹੈ ਦੋਨਾਂ ਦਾ ਹੀ, ਤਾਂ ਐਲਸੀਐਮ ਵੀ ਕਿੰਨਾ ਆ ਜਾਊਗਾ 2। ਉੱਪਰਲੇ ਜਿਹੜੇ ਡਿਜਿਟ ਨੇ ਉਹ ਐਦਾਂ ਹੀ ਲਿਖੇ ਜਾਣਗੇ। ਠੀਕ ਹੈ ਜੀ, ਤਾਂ x/3 ਬਰਾਬਰ ਮਾਈਨਸ ਦਾ 3 ਤੇ ਮਾਈਨਸ ਦਾ 5 ਹੋਣਗੇ ਤਾਂ ਐਡ ਨਿਸ਼ਾਨੀ ਕਾਹਦੀ ਲੱਗੂਗੀ ਮਾਈਨਸ ਦੀ। 2 ਦੇ ਨਾਲ 8 ਕੱਟਦਾ, ਹਾਂਜੀ ਕੱਟਦਾ, ਕਿੰਨੇ ਤੇ 4 ਤੇ। ਤਾਂ ਆਪਣੇ ਕੋਲ ਫਾਈਨਲ ਕੀ ਬਣ ਗਿਆ x/3 ਬਰਾਬਰ ਮਾਈਨਸ ਦਾ 4। ਤਾਂ x ਦਾ ਆਂਸਰ ਕਿੰਨਾ ਆ ਜਾਊਗਾ ਮਾਈਨਸ ਦਾ 4 ਗੁਣਾ 3 ਮਾਈਨਸ ਦਾ 12। ਠੀਕ ਹੈ, ਦੇਖੋ ਕਲੀਅਰ ਹੋਈ ਗੱਲ। ਇਸ ਦੇਖੋ ਇਹਦੇ ਵਿੱਚ ਆਪਾਂ ਧਿਆਨ ਦੇਣਾ ਹੁੰਦਾ ਹੈ, ਜਿਹੜੀ ਸਮੀਕਰਨ ਗਿਵਨ ਹੈ ਵੀ ਉਹਦੇ ਵਿੱਚ ਵੇਰੀਏਬਲ ਕਿੱਥੇ ਹੈ। ਇੱਕ ਸਾਈਡ ਤੇ ਆ ਤਾਂ ਬਸ ਉਹਨੂੰ ਫਿਰ ਉਸੇ ਸਾਈਡ ਤੇ ਰੱਖੋ, ਬਾਕੀ ਸਾਰੀਆਂ ਜਿਹੜੀਆਂ ਟਰਮਸ ਨੇ ਉਹਨੂੰ ਦੂਜੀ ਸਾਈਡ ਲੈ ਜਾਓ, ਸੋਲਵ ਕਰੋ ਤੇ ਆਪਣੇ x ਦਾ ਜਿਹੜਾ ਆਂਸਰ ਹੈ ਉਹ ਫਾਈਂਡ ਕਰ ਲਓ। ਠੀਕ ਹੈ ਬੇਟਾ, ਸਮਝ ਆ ਗਿਆ ਜੀ? ਹਾਂਜੀ, ਨੈਕਸਟ ਕੁਐਸਚਨ ਹੈਗਾ, ਦੋ ਸੰਖਿਆਵਾਂ ਦਾ ਜੋੜ 95 ਹੈ। ਜੇ ਦੋ ਸੰਖਿਆਵਾਂ ਨੂੰ ਆਪਾਂ ਜੋੜਦੇ ਹਾਂ ਤਾਂ 95 ਉੱਤਰ ਆਉਂਦਾ। ਜੇਕਰ ਇੱਕ ਦੂਜੇ ਨਾਲੋਂ 15 ਵੱਧ ਹੈ ਤਾਂ ਸੰਖਿਆਵਾਂ ਦਾ ਪਤਾ ਕਰੋ। ਸਮ ਆਫ ਟੂ ਨੰਬਰਸ ਇਜ਼ 95 ਇਫ ਵਨ ਐਕਸੀਡਸ ਦਾ ਅਦਰ ਬਾਏ 15 ਫਾਈਂਡ ਦਾ ਨੰਬਰਸ। ਤਾਂ ਆਪਾਂ ਨੂੰ ਨੰਬਰਸ ਦੇ ਵਿੱਚ ਰਿਲੇਸ਼ਨ ਪਤਾ ਲੱਗ ਗਿਆ ਵੀ ਉਹਨਾਂ ਵਿੱਚੋਂ ਜਿਹੜੀ ਇੱਕ ਸੰਖਿਆ ਹੈ ਦੂਜੀ ਤੋਂ 15 ਜ਼ਿਆਦਾ। ਤਾਂ ਕਿਵੇਂ ਮੰਨੋਗੇ ਬੇਟੇ ਇਹਨੂੰ? ਮੰਨੋ ਪਹਿਲੀ ਸੰਖਿਆ, ਲੈਟ ਫਸਟ ਨੰਬਰ x ਹੈ, ਲੈਟ फर्स्ट नंबर। ठीक है, सो द सैकेंड नंबर इज, उन्हें क्या सी इस तो 15 ज़्यादा है तो x प्लस 15 अकॉर्डिंग टू क्वेश्चन। हुण इन्हें कहा इन्हां दा जोड़ 95 है, तो दोने संख्यावां दा जोड़ लिखोगे बराबर कितना लिखोगे 95। तो x दे विच x जुड़ूगा कितना आ जाऊगा 2x। देखो जी इत्थे तक आपां समीकरण बना ली। हुण 2x किहदे बराबर आऊगा 95 माइनस 15, प्लस का 15 सी ना, हुण उधर जाके काहदा हो गया माइनस का। 95 चों 15 घटाओ कितना आ गया 80। तो x का उत्तर कितना आ जाऊगा 80/2 मतलब 40। तो दोनों संख्यावां लिखनियां सी, तो इत्थे आपां लिखांगे इसलिए दोनों संख्यावां बराबर ने, बोथ नंबरस आर, पहली किहड़ी सी बेटा x, तो वह तो 40 हुई है। ठीक है, x की वैल्यू 40 आई है, दूजी कितनी सी 40 प्लस 15, x प्लस 15 सी ना, वो थां ते 40 भरता, तो एक आंसर आ गया 40, दूजा आंसर आ जाऊगा 55। ठीक है बेटा, चौथा क्वेश्चन समझ आ गया सारिਆਂ ਨੂੰ। ਹੁਣ ਆਪਾਂ ਕਰਦੇ ਹਾਂ ਇਹਦਾ ਪੰਜਵਾਂ क्वेश्चन। हाँ जी बेटा, पंजवें क्वेश्चन ਦੇ ਵਿੱਚ ਹੈਗਾ ਆਪਾਂ ने समीकरण हल करनी है। देखो पंजवें क्वेश्चन की स्टेटमेंट है 8x माइनस 3/3x बराबर 2। ठीक है जी, की अपनी समीकरण है 8x माइनस 3/3x बराबर 2। अगे नूं हल किवें करना हुंदा है, क्रॉस मल्टीप्लाई, ये बटे 1 लिख लो, तो ये रकम होगी 1 नाल गुणा, उधर हो गया 2 गुणा 3x। ठीक है जी, 1 नाल गुणा करोगे बेटा कोई फर्क नहीं पैना, 2 नूं 3x नाल गुणा करोगे ये आ जाऊगा 6x। 6x जिहड़ा है वेरीएबल वाली टर्म है उन्होंने आप लैफ्ट साइड पर ले आए, माइनस का 3 आप उधर लै गए प्लस का 3। 8 चों 6 घटावांगे 2 बराबर 3, तो x का आंसर कितना आऊगा 3/2।
ਤਾਂ ਇਹਦੇ ਵਿੱਚ ਕੁਛ ਆਪਾਂ ਲੈਟ ਨਹੀਂ ਕੀਤਾ ਸੀ, ਕੁਛ ਵੀ ਨਹੀਂ ਸੀ, ਸਿਰਫ x ਦੀ ਵੈਲਿਊ ਕੱਢਣੀ ਸੀ, ਉਹ ਆਪਾਂ ਸੋਲਵ ਕਰਤਾ। ਠੀਕ ਹੈ ਬੇਟਾ, ਕ੍ਰਾਸ ਮਲਟੀਪਲਾਈ ਇਹਨੂੰ ਇੱਧਰ ਕਰੀਦਾ ਹੁੰਦਾ, ਇਹਨੂੰ ਇੱਧਰਲੇ ਪਾਸੇ ਮਲਟੀਪਲਾਈ ਕਰੀਦਾ। ਬੈਸਟ ਢੰਗ ਕੀ ਹੈ ਕਿ ਜਿਹੜੇ ਉੱਪਰਲੇ ਅੱਖਰ ਨੇ ਉਹਨੂੰ ਪਹਿਲਾਂ ਸੈੱਟ ਕਰ ਲਓ, ਉਸੇ ਥਾਂ 'ਤੇ ਲਿਖ ਲਓ, ਫਿਰ ਲੈਫਟ ਵਾਲੇ ਨੂੰ ਇੱਧਰ ਆ ਕੇ ਗੁਣਾ ਕਰ ਦਿਓ, ਇੱਧਰ ਵਾਲੇ ਨੂੰ ਉੱਧਰ ਜਾ ਕੇ ਗੁਣਾ ਕਰ ਦਿਓ। ਠੀਕ ਹੈ ਜੀ ਬੇਟਾ। ਹਾਂਜੀ, ਹੁਣ ਆਪਣੇ ਆ ਗਏ 4 ਨੰਬਰ ਵਾਲੇ ਕੁਐਸਚਨਸ। ਹਾਂਜੀ ਬੇਟਾ, ਹੁਣ ਹੈਗਾ ਆਪਣੇ ਕੋਲੇ 4 ਅੰਕ ਵਾਲਾ ਪਹਿਲਾ ਕੁਐਸਚਨ। ਇਹਦੇ ਵਿੱਚ ਹੈ ਕੋਈ 2 ਅੰਕਾਂ ਵਾਲੀ ਸੰਖਿਆ ਹੈ, ਉਹਦੇ ਅੰਕਾਂ ਦਾ ਅੰਤਰ ਕਿੰਨਾ ਹੈ? 3। ਜੇਕਰ ਅੰਕਾਂ ਦਾ ਸਥਾਨ ਬਦਲ ਦਈਏ ਤਾਂ ਅਸਲੀ ਸੰਖਿਆ ਅਤੇ ਨਵੀਂ ਬਣੀ ਸੰਖਿਆ ਦਾ ਜੋੜ 143 ਹੁੰਦਾ। ਤਾਂ ਅਸਲੀ ਸੰਖਿਆ ਕੀ ਹੋ ਸਕਦੀ ਹੈ? The digits of a 2-digit number differ by 3। ਪਹਿਲਾਂ ਤਾਂ ਇੱਥੋਂ ਹੀ ਆਪਣੇ ਕੋਲੇ ਪਹਿਲੀ ਗੱਲ ਆਊਗੀ ਕਿ ਆਪਣੀਆਂ ਸੰਖਿਆਵਾਂ ਕੀ ਲੈਣੀਆਂ ਨੇ। ਤਾਂ ਮੰਨੋ ਜਿਹੜਾ ਇਕਾਈ ਦਾ ਅੰਕ ਹੈ, ਇੰਗਲਿਸ਼ ਵਾਲਿਆਂ ਲਈ ਮੈਂ ਨਾਲ ਦੇ ਨਾਲ ਬੋਲੀ ਜਾਂਦੀ ਹਾਂ, ਠੀਕ ਹੈ, ਕਿਉਂਕਿ ਇਹ ਥੋੜਾ ਲੈਂਥੀ ਸਮ ਹੈ, ਤੁਸੀਂ ਨਾਲ ਦੇ ਨਾਲ ਲਿਖੀ ਚੱਲਿਓ। ਇਕਾਈ ਦਾ ਅੰਕ ਮਤਲਬ ਲੈਟ 1's digit is x, ਤੇ ਹੁਣ ਜਿਹੜਾ 10's digit ਹੋਊਗਾ ਮਤਲਬ ਦਹਾਈ ਦਾ ਅੰਕ ਹੋਊਗਾ। ਤਾਂ 10's digit is, ਉਹਨੇ ਕਿਹਾ ਦੋਨਾਂ ਦਾ ਅੰਤਰ 3 ਹੈ, ਤਾਂ ਦੂਜਾ ਕੀ ਮੰਨੋਗੇ ਤੁਸੀਂ? x + 3। ਹੁਣ ਇੱਥੇ ਪਲੱਸ ਕਿਉਂ ਮੰਨਿਆ ਬੇਟੇ? ਜਦੋਂ ਆਪਾਂ ਇਹਦੇ ਵਿੱਚੋਂ ਇਹਨੂੰ ਮਾਈਨਸ ਕਰਾਂਗੇ ਤਾਂ ਹੀ ਇਹਨਾਂ ਦਾ ਅੰਤਰ ਕਿੰਨਾ ਹੈ? 3 ਬਚੂਗਾ। ਠੀਕ ਹੈ ਬੇਟੇ, ਜਦੋਂ ਅੰਤਰ ਦੀ ਗੱਲ ਹੁੰਦੀ ਹੈ ਤਾਂ ਆਪਾਂ ਪਲੱਸ ਲੈ ਕੇ ਮੰਨਦੇ ਹੁੰਦੇ ਹਾਂ। ਚਲੋ ਜੀ, ਆਪਾਂ ਇਕਾਈ ਦਾ ਅੰਕ ਵੀ ਮੰਨ ਲਿਆ, ਦਹਾਈ ਦਾ ਅੰਕ ਵੀ ਮੰਨ ਲਿਆ। ਹੁਣ ਇਹਨੇ ਕਿਹਾ ਸੀ ਅੰਕਾਂ ਦਾ ਸਥਾਨ ਬਦਲ ਕੇ ਬਣੀ ਸੰਖਿਆ, ਤਾਂ ਇਟ ਮੀਨਸ ਪਹਿਲਾਂ ਤੁਹਾਨੂੰ ਸੰਖਿਆ ਲਿਖਣੀ ਪਊਗੀ। ਨੰਬਰ ਕੀ ਬਣੂਗਾ? ਤਾਂ ਸੰਖਿਆ ਬਰਾਬਰ ਹੈ, ਇੰਗਲਿਸ਼ ਲਿਖੋਗੇ ਦਾ ਨੰਬਰ ਇਜ਼, ਜਿਹੜਾ ਬੇਟੇ ਦਹਾਈ ਦਾ ਅੰਕ ਹੁੰਦਾ ਉਹਨੂੰ ਆਪਾਂ 10 ਨਾਲ ਗੁਣਾ ਕਰਨੀ ਹੈ, ਜਿਹੜਾ ਇਕਾਈ ਦਾ ਅੰਕ ਹੁੰਦਾ ਉਹਨੂੰ ਆਪਾਂ 1 ਨਾਲ ਗੁਣਾ ਕਰਨੀ ਹੈ, ਫਿਰ ਆਪਣੀ ਸੰਖਿਆ ਬਣਦੀ ਹੈ। ਕਿਵੇਂ? ਮੰਨ ਲਓ ਤੁਸੀਂ 53 ਬਣਾਉਣਾ ਚਾਹੁੰਦੇ ਹੋ, ਤਾਂ 53 ਤੁਸੀਂ ਕਿਵੇਂ ਬਣਾਉਂਗੇ? ਜਿਹੜਾ ਉਹਦਾ 5 ਦਹਾਈ ਵਾਲਾ ਅੰਕ ਹੈ ਉਹਨੂੰ 10 ਨਾਲ ਗੁਣਾ ਕਰੋਗੇ, ਪਲੱਸ ਜਿਹੜਾ ਇਕਾਈ ਵਾਲਾ ਅੰਕ ਹੈ ਉਹਨੂੰ 1 ਨਾਲ ਗੁਣਾ ਕਰੋਗੇ, ਤਾਂ 50 + 3 53 ਬਣਨਗੇ। ਠੀਕ ਹੈ ਬੇਟਾ, ਇੰਨੀ ਗੱਲ ਸਮਝ ਆ ਗਈ ਵੀ ਜਿਹੜਾ ਦਹਾਈ ਵਾਲਾ ਅੰਕ ਹੁੰਦਾ ਹੈ ਉਹ 10 ਨਾਲ ਗੁਣਾ ਹੁੰਦਾ ਹੈ, ਇਕਾਈ ਵਾਲਾ ਅੰਕ 1 ਨਾਲ। ਅੱਗੇ ਇਹਦੀ ਸੰਖਿਆ ਨੂੰ ਲਿਖ ਲਓ, ਬ੍ਰੈਕਟ ਖੋਲ ਲਓ, 10x + 30 + x, 10x ਦੇ ਵਿੱਚ 1x ਜੋੜੋਗੇ 11x, ਤਾਂ ਇਹ ਬਣ ਗਈ ਆਪਣੀ ਸੰਖਿਆ। ਹੁਣ ਅੰਕਾਂ ਦਾ ਸਥਾਨ ਬਦਲਣਾ ਆਪਾਂ, ਅੰਕਾਂ ਦਾ ਸਥਾਨ ਬਦਲ ਕੇ ਬਣੀ ਸੰਖਿਆ। ਤਾਂ ਇਹਦਾ ਮਤਲਬ ਕੀ ਹੁੰਦਾ ਬੇਟੇ? ਕਿ ਜਿਹੜਾ ਇਕਾਈ ਦਾ ਅੰਕ, ਜਿਵੇਂ ਹੁਣ 23 ਹੈ, ਜੇ ਉਹਨੂੰ ਮੈਂ 32 ਲਿਖ ਦੇਵਾਂ ਤਾਂ ਇਹਦੇ ਅੰਕਾਂ ਦਾ ਸਥਾਨ ਬਦਲ ਗਿਆ, ਮਤਲਬ ਇਕਾਈ ਦਾ ਅੰਕ ਦਹਾਈ ਦਾ ਬਣ ਗਿਆ, ਦਹਾਈ ਦਾ ਅੰਕ ਇਕਾਈ ਦਾ ਬਣ ਗਿਆ। ਠੀਕ ਹੈ, ਉਸ ਹਿਸਾਬ ਨਾਲ ਆਪਾਂ ਆਪਣੀ ਸੰਖਿਆ ਦੇ ਵੀ ਅੰਕ ਬਦਲਨੇ ਨੇ। ਤਾਂ ਆਪਾਂ ਇੱਥੇ ਲਿਖਾਂਗੇ ਇੰਗਲਿਸ਼ ਦੇ ਵਿੱਚ ਦਾ ਨੰਬਰ ਆਫਟਰ, ਆਪਾਂ ਕੀ ਕਹਾਂਗੇ ਇਹਦੇ ਵਿੱਚ? ਡਿਜਿਟਸ ਆਰ ਇੰਟਰਚੇਂਜਡ, ਦਾ ਨੰਬਰ ਬਿਕਮਸ ਵੈਨ ਦਾ ਡਿਜਿਟਸ ਆਰ ਇੰਟਰਚੇਂਜਡ। ਤਾਂ ਕੀ ਬਣ ਜਾਣਗੇ? ਜਿਹੜਾ ਇਕਾਈ ਦਾ ਅੰਕ ਹੈ ਉਹਨੂੰ 10 ਨਾਲ ਗੁਣਾ ਕਰ ਦਾਂਗੇ, ਜਿਹੜਾ ਦਹਾਈ ਦਾ ਅੰਕ ਹੈ ਉਹਨੂੰ 1 ਨਾਲ ਗੁਣਾ ਕਰ ਦਾਂਗੇ। ਠੀਕ ਹੈ, ਤਾਂ ਇਹ ਨੰਬਰ ਕੀ ਬਣ ਜੂਗਾ ਆਪਣੇ ਕੋਲੇ? 10x + x + 3, ਮਤਲਬ 11x + 3। ਦੋਨੋਂ ਨੰਬਰ ਆ ਗਏ ਆਪਣੇ ਕੋਲ। ਹੁਣ ਅੱਗੇ ਰਕਮ ਪੜ੍ਹੋ। ਅੱਗੇ ਰਕਮ 'ਚੋਂ ਕਹਿੰਦਾ ਹੈ ਕਿ ਦਾ ਨੰਬਰ ਇੰਟਰਚੇਂਜ, ਦਾ ਰਿਜ਼ਲਟਿੰਗ ਨੰਬਰ ਇਜ਼ ਐਡਿਡ ਟੂ ਦਾ ਓਰੀਜਨਲ ਨੰਬਰ। ਕਹਿੰਦੇ ਜਦੋਂ ਆਪਾਂ ਬਣੇ ਨੰਬਰ ਨੂੰ ਅਸਲੀ ਨੰਬਰ 'ਚ ਜੋੜਦੇ ਹਾਂ ਤਾਂ ਤੁਹਾਨੂੰ 143 ਮਿਲਦਾ ਹੈ, ਰਕਮ 'ਚ ਲਿਖਿਆ ਹੋਇਆ। ਠੀਕ ਹੈ, ਤਾਂ ਇੱਥੇ ਤੁਸੀਂ ਲਿਖੋਗੇ ਅਕੋਰਡਿੰਗ ਟੂ ਕੁਐਸਚਨ, ਪ੍ਰਸ਼ਨ ਅਨੁਸਾਰ ਜਿਹੜਾ ਤੁਹਾਡਾ ਨੰਬਰ ਪਹਿਲਾਂ ਸੀ 11x + 30, ਜਿਹੜਾ ਤੁਹਾਡਾ ਨੰਬਰ ਹੁਣ ਆ ਗਿਆ 11x + 3, ਇਹਨਾਂ ਦਾ ਜੋੜ ਕਿੰਨਾ ਹੈ? 143। ਠੀਕ ਹੈ ਜੀ, ਹੁਣ ਆਪਣੀ ਸਮੀਕਰਨ ਬਣ ਗਈ, ਹੱਲ ਕਰ ਲਾਂਗੇ। 11 ਤੇ 11 ਹੋ ਗਏ 22x, 30 'ਚ 3 ਜੋੜੋਗੇ 33, ਤਾਂ 22x ਬਰਾਬਰ ਹੈ 143 ਸੀ ਇੱਥੇ, 143 - 33, ਤਾਂ 22x ਬਰਾਬਰ 0 1 110 ਆ ਗਿਆ। ਠੀਕ ਹੈ, ਤਾਂ x ਦਾ ਵੈਲਿਊ ਕੀ ਆ ਜੂਗੀ? 110/22। 22 ਦੇ ਟੇਬਲ 'ਤੇ ਬੱਚੇ 110 ਘੱਟ ਜਾਂਦਾ ਹੁੰਦਾ 5 'ਤੇ। ਹੁਣ ਇੱਥੇ ਤੱਕ ਆਪਾਂ ਪਹੁੰਚ ਗਏ। ਹੁਣ ਜਿਹੜਾ x ਮੰਨਿਆ ਸੀ ਉਹ ਕੀ ਸੀਗਾ? ਇਕਾਈ ਦਾ ਅੰਕ। ਤਾਂ ਆਪਣੇ ਕੋਲੇ ਜਿਹੜੀ ਸੰਖਿਆ ਬਣੂਗੀ, ਸੋ ਦਾ ਨੰਬਰ ਇਜ਼, ਇਹ ਐਂਡ 'ਤੇ ਲਿਖਣੀ ਹੈ ਲਾਈਨ। ਠੀਕ ਹੈ, ਤਾਂ ਸੰਖਿਆ ਕੀ ਬਣੀ? ਇਕਾਈ ਦੇ ਥਾਂ 'ਤੇ ਤੁਸੀਂ 5 ਲਿਖੋਗੇ, ਦਹਾਈ ਦਾ ਜਿਹੜਾ ਅੰਕ ਹੈ ਉਹ 5 + 3,
ਤਾਂ ਕਿੰਨਾ ਹੋ ਜਾਊਗਾ 8। ਤਾਂ ਇੱਥੇ ਤੁਸੀਂ 8 ਲਿਖੋਗੇ। ਤੁਹਾਡੀ ਸੰਖਿਆ ਕੀ ਬਣ ਜੂਗੀ 85। ਠੀਕ ਹੈ ਬੇਟਾ, x 5 ਆ ਗਿਆ ਸੀ ਨਾ, ਤਾਂ ਇੱਥੇ ਤੁਸੀਂ 2 ਲਾਈਨਾਂ ਹੋਰ ਐਡ ਕਰ ਲਿਓ ਵੀ ਜਿਹੜਾ ਇਕਾਈ ਦਾ ਅੰਕ ਹੈ ਉਹ 5 ਹੈ, ਜਿਹੜਾ ਦਹਾਈ ਦਾ ਅੰਕ ਹੈ ਉਹ 5 + 3 8 ਹੈ। ਕਲੀਅਰ ਹੋ ਗਈ ਬੇਟਾ। ਤੇ ਐਂਡ ਤੇ ਤੁਸੀਂ ਆਪਣਾ ਨੰਬਰ ਲਿਖ ਕੇ ਆਨਸਰ ਨੂੰ ਕੰਪਲੀਟ ਕਰ ਦੇਣਾ। ਠੀਕ ਹੈ ਜੀ। ਹੁਣ ਨੈਕਸਟ ਸਮ ਕਰੀਏ। ਜੇ ਇਹਦੇ ਵਿੱਚ ਥੋੜੀ ਜਿਹੀ ਕੋਈ ਪ੍ਰੋਬਲਮ ਆਉਂਦੀ ਹੈ, ਵੀਡੀਓ ਨੂੰ ਪੌਜ਼ ਕਰਕੇ ਆਪ ਕੱਢ ਕੇ ਦੇਖ ਲਿਓ ਜਾਂ ਫਿਰ ਬੈਕ ਕਰਕੇ ਥੋੜਾ ਜਿਹਾ ਦੁਬਾਰਾ ਸਮ ਦੇਖ ਲਿਓ। ਠੀਕ ਹੈ, ਇੰਪੋਰਟੈਂਟ ਸਮ ਹੈ। ਅਗਲਾ ਕੁਐਸਚਨ ਬੁੱਕ ਚੋਂ ਹੀ ਹੈ, ਪਰ ਮੇਰੇ ਖਿਆਲ 'ਚ ਇਹਦੇ ਵਿੱਚ ਥੋੜੀ ਜਿਹੀ ਚੇਂਜ ਕੀਤੀ ਹੋਈ ਹੈ। ਚਲੋ ਦੇਖਦੇ ਹਾਂ ਕਿ ਸੇਮ ਹੈ ਕਿ ਚੇਂਜ ਕੀਤੀ ਹੋਈ ਹੈ। ਇਹ ਹੈਗਾ ਬੇਟਾ ਸਮ ਨੰਬਰ 2। ਸ਼ੋਭੋ ਦੀ ਮਾਂ ਦੀ ਵਰਤਮਾਨ ਉਮਰ ਸ਼ੋਭੋ ਦੀ ਉਮਰ ਤੋਂ ਵਰਤਮਾਨ ਉਮਰ ਤੋਂ 6 ਗੁਣਾ ਹੈ। ਜਿਹੜੀ ਸ਼ੋਭੋ ਹੈ ਉਹਦੀ ਮੰਮੀ ਦੀ ਵਰਤਮਾਨ ਉਮਰ ਸ਼ੋਭੋ ਦੀ ਵਰਤਮਾਨ ਉਮਰ ਤੋਂ 6 ਗੁਣਾ ਹੈ। ਮਤਲਬ ਜੋ ਤੁਸੀਂ ਬੇਟਾ ਸ਼ੋਭੋ ਦੀ ਉਮਰ ਲੈਟ ਕਰੋਗੇ, ਉਹਦੀ ਮੰਮੀ ਦੀ ਉਮਰ ਉਹਦੇ ਨਾਲੋਂ 6 ਟਾਈਮਸ ਹੋ ਜਾਏਗੀ। ਠੀਕ ਹੈ। ਹੁਣ ਤੋਂ 5 ਸਾਲ ਬਾਅਦ 5 years from now, ਜਦੋਂ 5 ਸਾਲ ਬਾਅਦ 5 ਸਾਲ ਵੱਡਾ ਹੋ ਜਾਊਗਾ ਸ਼ੋਭੋ, ਹੈ ਨਾ, ਉਹਦੀ ਉਮਰ ਉਸਦੀ ਮਾਂ ਦੀ ਵਰਤਮਾਨ ਉਮਰ ਤੋਂ 1/3 ਹੋ ਜਾਊਗੀ। 1/3 ਆਫ ਹਿਜ਼ ਮਦਰਜ਼ ਪ੍ਰੈਜੈਂਟ ਏਜ। ਇਸ ਸ਼ਬਦ ਤੇ ਧਿਆਨ ਦੇਣਾ, ਪ੍ਰੈਜੈਂਟ ਏਜ। ਤਾਂ ਵਟ ਆਰ ਦੇਅਰ ਪ੍ਰੈਜੈਂਟ ਏਜਿਸ, ਤਾਂ ਕਹਿੰਦੇ ਉਹਨਾਂ ਦੀਆਂ ਹੁਣ ਦੀਆਂ ਉਮਰਾਂ ਕਿੰਨੀਆਂ ਹੋਣਗੀਆਂ। ਤਾਂ ਬੇਟਾ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਪਹਿਲਾਂ ਸ਼ੋਭੋ ਦੀ ਉਮਰ ਮੰਨੋਗੇ। ਮੰਨੋ ਸ਼ੋਭੋ ਦੀ ਉਮਰ ਕਿੰਨੀ ਹੈ, x ਸਾਲ। ਤਾਂ ਉਹਦੀ ਮਦਰ ਦੀ ਉਮਰ, ਇਹਦਾ ਮਤਲਬ 100 ਮਾਂ ਦੀ, ਇੱਥੇ ਵਰਤਮਾਨ ਸ਼ਬਦ ਵੀ ਯੂਜ਼ ਕਰ ਲਿਓ, ਸ਼ੋਭੋ ਦੀ ਵਰਤਮਾਨ ਉਮਰ ਲਿਖ ਲਿਓ। ਠੀਕ ਹੈ। ਤਾਂ ਇਹ 6 ਗੁਣਾ ਤਾਂ 6x ਸਾਲ ਹੋ ਜੂ। ਠੀਕ ਹੈ। ਹੁਣ 5 ਸਾਲ ਬਾਅਦ 5 ਸਾਲ ਬਾਅਦ ਸ਼ੋਭੋ ਦੀ ਉਮਰ, ਤਾਂ ਹੁਣ ਉਹ x ਸਾਲ ਦਾ ਹੈ, ਤਾਂ 5 ਸਾਲ ਬਾਅਦ ਕਿੰਨਾ ਹੋ ਜਾਊਗਾ x + 5 ਸਾਲ ਦਾ। ਤਾਂ ਅਕੋਰਡਿੰਗ ਟੂ ਕੁਐਸਚਨ ਇੱਥੇ ਹੀ ਬੇਟਾ ਪ੍ਰਸ਼ਨ ਦੀ ਜਿਹੜੀ ਸ਼ਰਤ ਲੱਗ ਜੂਗੀ। ਕਹਿੰਦੇ 5 ਸਾਲ ਬਾਅਦ ਸ਼ੋਭੋ ਦੀ ਉਮਰ ਉਸਦੀ ਮੰਮੀ ਦੀ ਜਿਹੜੀ ਵਰਤਮਾਨ ਉਮਰ ਹੈ 6x ਹੈ, ਉਹ ਤਾਂ ਉਹਦੇ ਨਾਲੋਂ 1/3 ਹੋਵੇਗੀ। ਹੁਣ ਬੇਟਾ ਤੱਕੜੀ ਜਦੋਂ ਆਪਾਂ ਬਰਾਬਰ ਕਰਨੀ ਹੈ, ਇਹ ਤੱਕੜੀ ਹੈ ਮੰਨ ਲਓ। ਠੀਕ ਹੈ। ਜਦੋਂ ਤੱਕੜੀ ਬਰਾਬਰ ਕਰਨੀ ਹੈ, ਹੁਣ ਇਹਨੇ ਇੱਧਰ ਤਾਂ ਸ਼ੋਭੋ ਦੀ ਉਮਰ ਰੱਖਤੀ, ਇੱਧਰ ਮੰਮੀ ਦੀ ਉਮਰ ਰੱਖਤੀ। ਹੁਣ ਉਹਨੇ ਕਿਹਾ ਵੀ ਜਿਹੜੀ ਸ਼ੋਭੋ ਦੀ ਉਮਰ ਹੈ ਉਹ 1/3 ਹੋ ਜਾਂਦੀ ਹੈ। ਤਾਂ ਫਿਰ ਜੇ ਆਪਾਂ ਇਹ 1/3 ਹੋ ਗਈ ਤਾਂ ਇਹ ਛੋਟੀ ਰਹਿ ਜੂਗੀ। ਇਹਨੂੰ ਬਰਾਬਰ ਕਰਨ ਲਈ ਆਪਾਂ ਨੂੰ 1/3 ਕਿੱਧਰ ਲਾਉਣਾ ਪਊਗਾ, 6x ਕਰਨੀ, ਫੇਰ ਹੀ ਤੱਕੜੀ ਬਰਾਬਰ ਹੋਊਗੀ। ਇਹ ਤਾਂ ਪਹਿਲਾਂ ਹੀ 1/3 ਘੱਟ ਹੈਗੀ। ਠੀਕ ਹੈ। ਤਾਂ ਇਹ 1/3 ਆਪਾਂ ਨੂੰ ਇੱਧਰ ਕਰਨਾ ਪਊਗਾ, ਫਿਰ ਇਹਦੇ ਇਹ ਦੋਨੇ ਪਾਸੇ ਨੇ ਜਿਹੜੇ ਉਹ ਬਰਾਬਰ ਹੋ ਜਾਣਗੇ। ਇੰਨੀ ਗੱਲ ਸਮਝ ਆਈ। ਤਾਂ ਹੁਣ ਤੁਹਾਨੂੰ ਫਿਰ ਇੱਥੇ ਇਸ ਸਵਾਲ ਨੂੰ ਸਮਝਣ 'ਚ ਵੀ ਕੋਈ ਪਰੇਸ਼ਾਨੀ ਨਹੀਂ ਆਊਗੀ। ਤਾਂ ਇੱਥੇ ਆਪਾਂ ਕੀ ਕਰਨਾ, ਦੇਖੋ ਕਿੱਧਰ ਲਗਾਵਾਂਗੇ 1/3 ਏਜ ਉਹਦੀ ਮੰਮੀ ਕਰਨੀ। ਦੁਬਾਰਾ ਦੇਖੋ, ਇਹਨੇ ਕਿਹਾ ਸੀ 5 ਸਾਲ ਬਾਅਦ ਸ਼ੋਭੋ ਦੀ ਉਮਰ ਮਾਂ ਦੀ ਵਰਤਮਾਨ ਉਮਰ ਦਾ 1/3 ਹੋਵੇਗੀ। ਕਿਹਦੀ, ਸ਼ੋਭੋ ਦੀ। ਤਾਂ ਆਪਾਂ ਕਿੱਧਰ ਲਗਾਵਾਂਗੇ ਮਦਰ 1। ਠੀਕ ਹੈ। ਹੁਣ 3 ਦੇ ਨਾਲ 6 ਕੱਟ ਗਿਆ, ਕਿੰਨਾ ਆ ਜਾਊਗਾ 2x। ਤੁਹਾਡੇ ਕੋਲੇ ਸਮੀਕਰਨ ਕੀ ਬਣ ਗਈ, x + 5 = 2x। ਹੁਣ ਇਹਨੂੰ ਹੱਲ ਕਿਵੇਂ ਕਰੋਗੇ, 5 ਨੂੰ ਲੈਫਟ ਸਾਈਡ 'ਤੇ ਹੀ ਰੱਖ ਲਓ, x ਦੂਜੀ ਸਾਈਡ ਜਾ ਕੇ ਮਾਈਨਸ ਹੋ ਜਾਊਗਾ। ਤਾਂ x ਦਾ ਮੁੱਲ ਕਿੰਨਾ ਆ ਗਿਆ 5। x ਆਪਾਂ ਕੀ ਲੈਟ ਕੀਤਾ ਸੀ, ਸ਼ੋਭੋ ਦੀ ਵਰਤਮਾਨ ਉਮਰ ਕਿੰਨੀ ਆ ਗਈ 5 ਸਾਲ। ਦੋਨਾਂ ਦੀਆਂ ਹੀ ਪੁੱਛੀਆਂ ਸੀ, ਫਿਰ ਆਪਾਂ ਮੰਮੀ ਦੀ ਵੀ ਪਤਾ ਕਰ ਲਓ। ਮਾਂ ਦੀ ਵਰਤਮਾਨ ਉਮਰ 6 × 5, ਤਾਂ 6 5 ਕਿੰਨਾ ਹੁੰਦਾ 30 ਸਾਲ। ਹੁਣ ਤੁਹਾਨੂੰ ਲੱਗੂਗਾ ਕਿ ਆਪਾਂ ਇਹਨੂੰ ਚੈੱਕ ਵੀ ਕਰਕੇ ਦੇਖ ਲਈਏ ਵੀ ਸਾਡਾ ਆਨਸਰ ਸਹੀ ਹੈ। ਹੁਣ ਇਹਨੇ ਕਿਹਾ ਸੀ 5 ਸਾਲ ਬਾਅਦ ਸ਼ੋਭੋ ਕਿੰਨਾ ਹੋ ਜਾਊਗਾ ਬਈ 5 ਸਾਲ, ਹੁਣ 5 ਸਾਲ ਦਾ, ਤਾਂ 5 ਸਾਲ ਬਾਅਦ ਉਹ ਕਿੰਨਾ ਹੋ ਜਾਊਗਾ 10 ਸਾਲ ਦਾ। ਤਾਂ ਉਹਦੀ ਮੰਮੀ ਦੀ ਵਰਤਮਾਨ ਉਮਰ ਕਿੰਨੀ ਲੈਣੀ ਹੈ ਆਪਾਂ 30 ਸਾਲ। ਕੀ ਇਹਨਾਂ ਨੂੰ ਕਟਾ ਕੇ 1/3 ਬਣਦਾ, ਹਾਂਜੀ ਇਹਨਾਂ ਨੂੰ ਕਟਾ ਕੇ ਆਪਣਾ 1/3 ਬਣਦਾ। ਤਾਂ ਆਪਣਾ ਜਿਹੜਾ ਆਨਸਰ ਕੱਢਿਆ ਉਹ ਬਿਲਕੁਲ ਸਹੀ ਹੈ। ਠੀਕ ਹੈ ਬੇਟਾ, ਸਮਝ ਆ ਗਿਆ ਇਹ। ਨੈਕਸਟ ਕੁਐਸਚਨ ਕਰਦੇ ਹਾਂ। ਨੈਕਸਟ ਕੁਐਸਚਨ ਹੈ, ਲਕਸ਼ਮੀ ਇੱਕ ਬੈਂਕ ਦੇ ਵਿੱਚ ਕੀ ਹੈ, ਕੈਸ਼ੀਅਰ। ਠੀਕ ਹੈ। ਉਹਦੇ ਕੋਲੇ 100 ਰੁਪਏ ਦੇ, 50 ਰੁਪਏ ਦੇ, 10 ਰੁਪਏ ਦੇ ਕਰੰਸੀ ਨੋਟ ਨੇ। ਠੀਕ ਹੈ। ਤੇ ਇਹਨਾਂ ਨੋਟਾਂ ਦਾ ਅਨੁਪਾਤ ਕਿੰਨਾ 2 3 5। ਤੇ ਉਹਦੇ ਕੋਲ ਕੁੱਲ ਨਗਦੀ ਕਿੰਨੀ ਹੈ, ਪੜੋ ਇਹ ਕਿੰਨਾ, ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ। ਐਂ ਪੜ੍ਹ ਲਿਆ ਕਰੋ। ਠੀਕ ਹੈ। 4 ਲੱਖ ਰੁਪਏ ਨੇ ਉਹਦੇ ਕੋਲੇ। ਉਸ ਕੋਲ ਹਰੇਕ ਮੁੱਲ ਦੇ ਕਿੰਨੇ ਨੋਟ ਨੇ।
ਤਾਂ ਲਕਸ਼ਮੀ ਇਜ਼ ਅ ਕੈਸ਼ੀਅਰ ਇਨ ਅ ਬੈਂਕ। ਸ਼ੀ ਹੈਜ਼ ਕਰੰਸੀ ਨੋਟਸ ਆਫ ਡਿਨੋਮੀਨੇਸ਼ਨਸ 100, 50 ਐਂਡ 10 ਰਿਸਪੈਕਟਿਵਲੀ। ਤੇ ਰੇਸ਼ੋ ਆਫ ਦਾ ਨੰਬਰ ਆਫ ਦੀਜ਼ ਨੋਟਸ ਇਜ਼ 2, 3, 5। ਇੱਥੋਂ ਆਪਾਂ ਆਪਣਾ ਸਮ ਸਟਾਰਟ ਕਰਨਾ। ਜਿੱਥੇ ਰੇਸ਼ੋ ਦੇਤੀ ਉੱਥੇ ਆਪਾਂ ਉਹਨੂੰ ਮੰਨ ਲੈਣਾ। ਠੀਕ ਹੈ, ਤਾਂ ਮੰਨੋ 100 ਰੁਪਏ ਦੇ ਨੋਟ ਕਿੰਨੇ ਨੇ, ਤਾਂ 2 ਸੀਗਾ ਨਾ ਉਹਦੀ ਰੇਸ਼ੋ, ਤਾਂ ਆਪਾਂ ਉਹਨੂੰ 2x ਮੰਨ ਲਾਂਗੇ। 50 ਰੁਪਏ ਦੇ ਨੋਟ ਕਿੰਨੇ ਨੇ, ਉਹਦੀ ਰੇਸ਼ੋ ਹੈਗੀ ਆ 3, ਤਾਂ ਆਪਾਂ 3x ਮੰਨ ਲਾਂਗੇ। ਤਾਂ 10 ਰੁਪਏ ਦੇ ਨੋਟ, 10 ਰੁਪਏ ਦੇ ਨੋਟ ਹੈਗੇ ਨੇ ਦੇਖੋ 5 ਹੈ ਉਹਦੀ ਜਿਹੜੀ ਰੇਸ਼ੋ ਹੈ, 5x ਮੰਨ ਲਾਂਗੇ। ਹੁਣ ਅਕੋਰਡਿੰਗ ਟੂ ਕੁਐਸਚਨ, ਤਾਂ ਬੱਚੇ ਜੇ ਤੁਹਾਡੇ ਕੋਲੇ, ਤੁਸੀਂ ਆਪਣੇ ਤੇ ਲਗਾ ਕੇ ਦੇਖੋ, ਤੁਹਾਡੇ ਕੋਲੇ 100 ਰੁਪਏ ਦੇ 4 ਨੋਟ ਨੇ, ਤੁਹਾਡੇ ਕੋਲੇ ਟੋਟਲ ਮਨੀ ਕਿੰਨੀ ਹੈ 400। ਠੀਕ ਹੈ, ਤਾਂ ਜੇ ਤੁਹਾਡੇ ਕੋਲੇ 500 ਦੇ 3 ਨੋਟ ਨੇ ਤਾਂ ਤੁਹਾਡੇ ਕੋਲੇ ਕਿੰਨੀ ਮਨੀ ਹੈ 1500। ਤਾਂ ਇਹਦਾ ਮਤਲਬ ਜਿੰਨੇ ਨੋਟ ਨੇ ਤੇ ਜਿੰਨੇ ਦਾ ਉਹ ਨੋਟ ਹੈ ਉਹਨਾਂ ਨੂੰ ਗੁਣਾ ਕਰਕੇ ਪਤਾ ਲੱਗਦਾ ਨਾ ਤੁਹਾਡੇ ਕੋਲ ਕਿੰਨੇ ਪੈਸੇ ਨੇ। ਉਹੀ ਗੱਲ ਬੇਟਾ ਇਸ ਸਮ ਦੇ ਵਿੱਚ ਲਗਾਉਣੀ ਹੈ ਵੀ ਜੇ 100 ਰੁਪਏ ਦੇ 2x ਨੋਟ ਨੇ, 50 ਰੁਪਏ ਦੇ 3x ਨੋਟ ਨੇ, 10 ਰੁਪਏ ਦੇ 5x ਨੋਟ ਨੇ। ਹੁਣ ਮੇਰੇ ਕੋਲ ਘਟ ਗਈ ਸਕਰੀਨ, ਹੁਣ ਇਹਨੂੰ ਆਪਾਂ ਕਰੀਏ ਰਿਮੂਵ। ਦੁਬਾਰਾ ਲਿਖਦੇ ਹਾਂ, ਹਾਂਜੀ ਦੁਬਾਰਾ ਲਿਖਦੇ ਹਾਂ। 100 ਦੇ ਨੇ 2x ਨੋਟ, 50 ਦੇ ਨੇ 3x ਨੋਟ, 10 ਦੇ ਨੇ 5x ਨੋਟ। ਤੇ ਜਦੋਂ ਸਾਰਿਆਂ ਨੂੰ ਆਪਾਂ ਕਾਊਂਟ ਕਰਦੇ ਹਾਂ, ਜੋੜਦੇ ਹਾਂ, ਤਾਂ ਉਹ ਬਣ ਜਾਂਦੇ ਨੇ 4 ਲੱਖ। ਠੀਕ ਹੈ, ਸਮਝ ਆ ਗਿਆ, ਹੈ ਗੱਲ ਸੌਖੀ ਹੋਈ ਸੀ। ਤੇ ਇਹਨੂੰ ਹੁਣ ਗੁਣਾ ਕਰਦੇ ਹਾਂ, ਕਿੰਨੇ ਬਣ ਗਏ 200x, 5 ਤੀਏ 15, 150x, 10 5 50x, ਰਾਈਟ ਸਾਈਡ ਤੇ ਕਿੰਨਾ 4 ਲੱਖ। ਹੁਣ 200 ਦੇ ਵਿੱਚ 150 ਜੋੜੋਗੇ 350, 50 ਜੋੜੋਗੇ 400। ਹੁਣ ਆਪਾਂ ਦੇਖਦੇ ਹਾਂ x ਦੀ ਵੈਲਿਊ, ਬਟੇ ਕਿੰਨਾ ਆ ਜਾਊਗਾ ਇਹਦੇ 400। 2 ਜ਼ੀਰੋਆਂ ਕੱਟ ਗਈਆਂ, 4 ਨਾਲ 4000 ਕੱਟ ਦੋ, ਕਿੰਨਾ ਆ ਗਿਆ 1000। ਠੀਕ ਹੈ ਜੀ, ਤਾਂ x ਦੀ ਵੈਲਿਊ ਆ ਗਈ 1000। ਪੁੱਛਿਆ ਕੀ ਸੀ ਇਹਨੇ, ਹਾਊ ਮੈਨੀ ਨੋਟਸ ਆਫ ਈਚ ਡਿਨੋਮੀਨੇਸ਼ਨ ਡਜ਼ ਸ਼ੀ ਹੈਵ, ਕਿ ਇਕੱਲੇ ਇਕੱਲੇ ਨੋਟ ਦੀ ਵੈਲਿਊ ਦੱਸਣੀ ਹੈ ਵੀ ਉਹਦੇ ਕੋਲ ਕਿੰਨੇ ਕਿੰਨੇ ਨੇ। ਤਾਂ ਇੱਥੇ ਤੁਸੀਂ ਲਿਖੋਗੇ ਵੀ 100 ਰੁਪਏ ਦੇ ਨੋਟ ਕਿੰਨੇ ਨੇ, ਫਿਰ ਉਹਦੇ ਕੋਲੇ 2x ਸੀ, ਤਾਂ 2 ਗੁਣਾ 1000 ਕਿੰਨੇ ਹੋ ਜਾਣਗੇ 2000 ਨੋਟ। ਠੀਕ ਹੈ, ਤੇ 50 ਦੇ 50 ਦੇ ਨੋਟ ਕਿੰਨੇ ਸੀ ਉਹਦੇ ਕੋਲੇ 3x, ਤਾਂ 3 ਗੁਣਾ 1000 ਯਾਨੀ ਕਿ 3000 ਨੋਟ ਨੇ। 10 ਰੁਪਏ ਦੇ ਨੋਟ ਕਿੰਨੇ ਸੀ 5x, ਤਾਂ 5x ਦਾ ਮਤਲਬ 5 ਗੁਣਾ 1000 ਮਤਲਬ 5000। ਠੀਕ ਹੈ ਜੀ, ਤਾਂ ਇਹ ਆਪਣਾ ਆਨਸਰ ਆ ਗਿਆ। ਠੀਕ ਹੈ ਬੇਟਾ, ਸੌਖਾ ਹੀ ਕੰਮ ਸੀ। ਪਹਿਲਾਂ ਆਪਾਂ ਨੋਟ ਮੰਨੇ, ਅਨੁਪਾਤ ਦਿੱਤਾ ਹੋਇਆ ਸੀ, ਫਿਰ ਉਹਨਾਂ ਦਾ ਸਮ ਟੋਟਲ ਕਰਕੇ 4 ਲੱਖ ਬਣਦਾ ਸੀ, ਆਪਾਂ ਟੋਟਲ ਕਰਤਾ, ਉਹਦੇ ਨਾਲ ਇਕੁਏਸ਼ਨ ਬਣ ਗਈ, x ਦੀ ਵੈਲਿਊ ਆ ਗਈ। x ਦੀ ਵੈਲਿਊ ਆਪਣੇ ਲੈਟ ਕੀਤੇ ਹੋਏ 'ਚ ਭਰੀ, ਤਾਂ ਆਪਣੇ ਕੋਲੇ ਨੋਟਾਂ ਦੀ ਗਿਣਤੀ ਆ ਗਈ। ਠੀਕ ਹੈ ਜੀ, ਹੁਣ ਰਹਿ ਗਿਆ ਬੱਚੇ ਆਪਣਾ ਲਾਸਟ ਸਮ। ਇਹ ਹੈਗਾ ਲਗਾਤਾਰ 3 ਸੰਪੂਰਨ ਸੰਖਿਆਵਾਂ ਨੇ, ਲਗਾਤਾਰ, ਇਸ ਸ਼ਬਦ ਤੇ ਧਿਆਨ ਦਿਓ। ਜੇਕਰ ਉਹਨਾਂ ਨੂੰ ਵੱਧਦੇ ਕ੍ਰਮ 'ਚ ਰੱਖੀਏ ਤੇ ਕ੍ਰਮਵਾਰ 2, 3 ਤੇ 4 ਨਾਲ ਗੁਣਾ ਕਰੀਏ ਤਾਂ ਉਹਨਾਂ ਦਾ ਜੋੜ ਕਿੰਨਾ ਬਣ ਜਾਂਦਾ ਹੈ 74। ਉਹ ਸੰਖਿਆਵਾਂ ਪਤਾ ਕਰੋ। The 3 consecutive integers are such that when they are taken in increasing order and multiplied by 2, 3 and 4 respectively, they add up to 74. Find these numbers. ਤਾਂ ਬੇਟਾ ਇਹਦੇ ਵਿੱਚ ਤੁਸੀਂ ਕੀ ਲੈਟ ਕਰਨਾ, 3 ਲਗਾਤਾਰ ਸੰਖਿਆਵਾਂ। ਲੈਟ 3 consecutive integers, ਪੰਜਾਬੀ 'ਚ ਲਿਖ ਲਿਓ, ਮੰਨੋ 3 ਲਗਾਤਾਰ ਸੰਪੂਰਨ ਸੰਖਿਆਵਾਂ। ਹੁਣ ਜੇ ਮੈਂ ਪਹਿਲੀ x ਮੰਨਦੀ ਹਾਂ ਤਾਂ ਉਸ ਤੋਂ ਅਗਲੀ ਕੀ ਹੋਊਗੀ x ਪਲੱਸ 1, ਉਸ ਤੋਂ ਅਗਲੀ ਕੀ ਹੋਊਗੀ x ਪਲੱਸ 2। ਕਿਵੇਂ, ਗਿਣਤੀ ਗਿਣ ਕੇ ਦੇਖੋ। ਚਲੋ ਮੈਂ 50 ਤੋਂ ਗਿਣਦੀ ਹਾਂ, 50 ਤੋਂ ਬਾਅਦ ਕੀ ਆਊਗਾ 51, 1 ਜੋੜ ਕੇ ਆਇਆ, ਫਿਰ ਕੀ ਆਊਗਾ 52, 2 ਜੋੜ ਕੇ ਆਇਆ। ਇੱਦਾਂ ਹੀ ਆਪਾਂ ਜਦੋਂ ਵੇਰੀਏਬਲ 'ਚ ਮੰਨਣਾ ਤਾਂ x ਪਲੱਸ 1, x ਪਲੱਸ 2 ਲਗਾਤਾਰ ਸੰਖਿਆਵਾਂ। ਠੀਕ ਹੈ, ਅਕੋਰਡਿੰਗ ਟੂ ਕੁਐਸਚਨ। ਹੁਣ ਇਹ ਹੈਗੀ ਦੇਖੋ ਵੱਧਦੇ ਕ੍ਰਮ 'ਚ ਨੇ, ਪਹਿਲਾਂ x ਹੀ ਹੋਊਗੀ,
ਫਿਰ ਉਹ 'ਚ ਇੱਕ ਜੋੜ ਕੇ ਅਗਲੀ ਆਊਗੀ, ਫਿਰ ਦੋ ਜੋੜ ਕੇ ਅਗਲੀ ਆਊਗੀ, ਵਾਧੇ ਕ੍ਰਮ 'ਚ ਹੀ ਨੇ। ਤਾਂ ਵਾਧੇ ਕ੍ਰਮ 'ਚ ਪਹਿਲੀ ਸੰਖਿਆ ਨੂੰ ਕਿਹਦੇ ਨਾਲ ਗੁਣਾ ਕਰਨਾ ਹੈ? 2 ਨਾਲ ਕਰਤਾ ਜੀ। ਦੂਜੀ ਨੂੰ ਕਿਹਦੇ ਨਾਲ ਗੁਣਾ ਕਰਨਾ ਹੈ? 3 ਨਾਲ। ਬ੍ਰੈਕਟ 'ਚ ਰੱਖਣਾ ਪਊ ਕਿਉਂਕਿ ਆਪਣੇ ਕੋਲ ਉਹ 2 ਰਕਮਾਂ ਸੀਗੀਆਂ। ਤੀਜੀ ਨੂੰ ਕਿਹਦੇ ਨਾਲ ਗੁਣਾ ਕਰਨਾ ਹੈ? 4 ਨਾਲ। ਤੇ ਇਹਨਾਂ ਦਾ ਜੋੜ ਕਿੰਨਾ ਬਣ ਜਾਂਦਾ ਹੈ? 74। ਹੁਣ ਇੱਥੇ ਕੀ ਕਰਨਾ ਪਊ? ਬ੍ਰੈਕਟਾਂ ਖੋਲ੍ਹਣੀਆਂ ਪੈਣਗੀਆਂ। ਪਹਿਲਾਂ ਪਹਿਲੀ ਨਾਲ ਗੁਣਾ, ਫਿਰ ਦੂਜੀ ਨਾਲ ਗੁਣਾ। 3 ਨੂੰ x ਨਾਲ ਕੀਤਾ ਗੁਣਾ, 3x + 3। ਹੁਣ ਇਹਨੂੰ ਵੀ ਇੱਥੇ ਗੁਣਾ, ਫਿਰ ਇੱਧਰ ਗੁਣਾ, ਬ੍ਰੈਕਟਾਂ ਹੀ ਖੁੱਲ੍ਹਦੀ ਹੁੰਦੀਆਂ। 4x + 4 ਦੂਣੀ 8। ਚਲੋ ਜੀ, x ਵਾਲੇ ਜੋੜੋ, 2 ਤੇ 3, 5 ਤੇ 4 9। ਬਿਨਾਂ x ਵਾਲੇ ਜੋੜੋ, 8 ਤੇ 3 11। ਬਰਾਬਰ ਕਿੰਨਾ ਹੈ? 74। 11 ਉੱਧਰ ਜਾ ਕੇ ਕੀ ਹੋਊਗਾ? ਮਾਈਨਸ। 4 ਚੋਂ 1 ਗਏ 3, 7 ਚੋਂ 1 ਗਏ 6। ਤਾਂ ਬੇਟਾ x ਕਿੰਨਾ ਆ ਜਾਊਗਾ? 63/9। 9 ਨਾਲ 63 ਕੱਟ ਗਿਆ, ਕਿੰਨਾ ਆ ਗਿਆ x ਦੀ ਵੈਲਿਊ? 7। ਤਾਂ ਤਿੰਨੇ ਸੰਖਿਆਵਾਂ ਕੀ ਨੇ? ਤਿੰਨੇ ਲਗਾਤਾਰ ਸੰਖਿਆਵਾਂ ਕੀ ਆਊਗਾ ਬੇਟਾ? ਪਹਿਲੀ ਤਾਂ ਆਈ ਹੈ 7, ਠੀਕ ਹੈ। ਦੂਜੀ 7 + 1, ਤੀਜੀ 7 + 2 ਮੀਨਜ਼ 7, 8 ਤੇ 9। ਠੀਕ ਹੈ। ਦੇਖੋ ਜਿੱਥੇ ਆਪਾਂ ਨੇ ਮੰਨਿਆ ਸੀ ਉਹਦੇ 'ਚ ਹੀ ਪੁੱਟ ਕਰ ਦੇਣਾ। x ਦੀ ਥਾਂ 'ਤੇ ਮੈਂ ਕੀ ਪੁੱਟ ਕਰਤਾ? 7 7। ਤਾਂ ਬਸ ਫਿਰ ਜਦੋਂ ਉਹਨਾਂ ਨੂੰ 1 ਅਤੇ 2 ਜੋੜਾਂਗੇ ਆਪਣੇ ਕੋਲ ਨੈਕਸਟ ਟਰਮਸ ਆ ਜਾਣਗੀਆਂ। ਠੀਕ ਹੈ ਬੇਟੇ। ਚਲੋ ਆਪਾਂ ਹੁਣ ਦੇਖਦੇ ਹਾਂ ਵੀ ਇਹ ਆਨਸਰ ਆਪਾਂ ਸਹੀ ਕੱਢਿਆ ਕਿ ਗਲਤ ਕੱਢਿਆ, ਮਤਲਬ ਚੈੱਕ ਪੜਤਾਲ। ਤਾਂ ਉਹਨੇ ਕਿਹਾ ਸੀ ਪਹਿਲੀ ਸੰਖਿਆ ਨੂੰ 2 ਨਾਲ ਗੁਣਾ ਕਰਨੀ ਹੈ, ਤਾਂ ਇਹਨੂੰ 2 ਨਾਲ ਗੁਣਾ ਕਰੋ, ਕਿੰਨਾ ਬਣ ਗਿਆ? 7 ਦੂਣੀ 14। ਦੂਜੀ ਸੰਖਿਆ ਨੂੰ 3 ਨਾਲ ਗੁਣਾ ਕਰਨੀ ਸੀ, 8 ਤੀਆਂ 24। ਤੀਜੀ ਸੰਖਿਆ ਨੂੰ 4 ਨਾਲ ਗੁਣਾ ਕਰਨੀ ਸੀ, 9 ਚੌਕਾ 36। ਜੋੜੋ, 6 ਤੇ 4 10, 10 ਤੇ 4 14, ਹਾਸਲ 1। 2 ਤੇ 2 4 ਤੇ 3 7। ਹਾਂਜੀ, ਇਹਨਾਂ ਦਾ ਜੋੜ ਕਿੰਨਾ ਬਣ ਗਿਆ? 74। ਇਹੀ ਇਹਨਾਂ ਸਵਾਲਾਂ ਦੀ ਬੇਟਾ ਖੂਬਸੂਰਤੀ ਹੈ ਕਿ ਆਪਾਂ ਸਮ ਸੋਲਵ ਕਰਨ ਤੋਂ ਬਾਅਦ ਉਹਨੂੰ ਚੈੱਕ ਵੀ ਕਰ ਸਕਦੇ ਹਾਂ ਵੀ ਕੀ ਅਸੀਂ ਆਨਸਰ ਸਹੀ ਕਰ ਲਿਆ। ਠੀਕ ਹੈ ਬੇਟਾ, ਇਹ ਸੀਗੀ ਤੁਹਾਡੀ ਸਾਰੀ ਵਰਕਸ਼ੀਟ। ਮੈਨੂੰ ਆਸ ਹੈ ਪੂਰੀ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਤਾਂ ਬੇਟਾ ਟਰਮ 2 ਦੀ ਆਪਣੀ ਪ੍ਰੈਕਟਿਸ ਕਰਦੇ ਰਹੋ, ਸਿਲੇਬਸ ਦੀ ਤਿਆਰੀ ਕਰਦੇ ਰਹੋ ਤਾਂ ਕਿ ਆਪਣੇ ਜਿਹੜੇ ਨੰਬਰ ਨੇ ਬਹੁਤ ਅੱਛੇ ਪਰਸੈਂਟੇਜ ਆ ਸਕੇ। ਬਾਏ ਬੇਟਾ।